हाँ जी, गुड मॉर्निंग एवरीवन। ਆਪਾਂ ਨੈਕਸਟ ਲੈਕਚਰ ਜਿਹੜਾ ਹੈਗਾਗਾ ਸਟਾਰਟ ਕਰਾਂਗੇ ਆਪਣੇ ਸਬਜੈਕਟ ਦੇ ਨਾਲ ਐਕਸਪੀਰੀਐਂਸ਼ੀਅਲ ਲਰਨਿੰਗ ਦੇ ਨਾਲ। ਸਬਜੈਕਟ ਦਾ ਜਿਹੜਾ ਪੇਪਰ ਨੰਬਰ ਹੈਗਾ 7 ਔਰ ਟਾਪਿਕ ਆਪਣਾ ਚੱਲ ਰਿਹਾ ਸੀਗਾ ਜੀ ਕਨਸੈਪਟ ਆਫ ਐਕਸਪੀਰੀਐਂਸ਼ੀਅਲ ਲਰਨਿੰਗ, ਜਿਹਦੇ ਵਿੱਚ ਆਪਾਂ ਡੈਫੀਨੇਸ਼ਨ ਜਿਹੜੀਆਂ ਹੈਗੀਆਂ ਨੇ ਉਹ ਐਕਸਪੀਰੀਐਂਸ਼ੀਅਲ ਲਰਨਿੰਗ ਦੇ ਪ੍ਰਤੀ ਆਪਾਂ ਡਿਸਕਸ ਕੀਤਾ ਸੀਗਾ ਲਾਸਟ ਟਾਪਿਕ ਦੇ ਵਿੱਚ। मैं ऑलरेडी पहले ही लिखता अनुभवी सीखण दी ਜਿਹੜੀ ਖੋਜ ਹੈ ਸਭ ਤੋਂ ਪਹਿਲਾਂ ਜੌਨ ਡੀਵੀ ਨੇ 1915 ਦੇ ਵਿੱਚ ਲਰਨਿੰਗ ਬਾਈ ਡੂਇੰਗ ਦੇ ਵਜੋਂ ਚਰਚਾ ਦੇ ਵਿੱਚ ਆਏ ਸੀਗੇ। ਉਹ ਕੀ ਹੈਗਾ ਕਾਰਜ ਦੁਆਰਾ ਸਿੱਖਣਾ। ਹੁਣ ਲਰਨਿੰਗ ਬਾਈ ਡੂਇੰਗ ਪ੍ਰੋਸੈਸ ਕੀ ਹੈਗਾ, ਕੰਮ ਨੂੰ ਕਰਦੇ ਰਹੋ, ਕਾਰਜ ਦੁਆਰਾ ਸਿੱਖਣਾ। ਜੇ ਸਿੱਖਣਾ ਹੈ ਤਾਂ ਦੇਖੋ ਆਪਾਂ ਨਾਰਮਲ ਆਪਾਂ ਵਾਕ ਕਰਦੇ, ਨਾਰਮਲੀ ਆਪਾਂ ਜੇ ਗੱਲ ਕਰ ਲਈਏ ਆਪਾਂ ਜਦੋਂ ਵਾਕ ਕਰਦੇ ਆ ਨਾ ਰੋਡ ਦੇ ਉੱਤੇ ਤਾਂ ਨੈਚੁਰਲੀ ਆਪਾਂ ਰੋਡ ਤੋਂ ਆਪਣੀ ਸੇਫਟੀ ਦੇ ਲਈ ਆਪਾਂ ਲੈਫਟ ਸਾਈਡ ਦੇ ਉੱਤੇ ਵਾਕ ਕਰਦੇ ਆ ਔਰ ਤੁਰੇ ਜਾਂਦੇ ਆ ਔਰ ਤੁਰਦੇ ਹੋਏ ਅਸੀਂ ਇਹ ਅਨੁਭਵ ਕਰਦੇ ਆ ਕਿ ਅਸੀਂ ਬਿਲਕੁਲ ਸੇਫ ਹਾਂ। ਉਹ ਸੇਫਟੀ ਜਿਹੜੀ ਹੈਗੀ ਹੈ ਅਹਿਸਾਸ ਕਰਨ ਦੀ ਗੱਲ ਜਿਹੜੀ ਹੈਗੀ ਹੈ ਜਿਵੇਂ ਅਸੀਂ ਰਾਸਤੇ ਨੂੰ ਤੈਅ ਕਰਦੇ ਜਾਵਾਂਗੇ, ਪੂਰਾ ਕਰਦੇ ਜਾਵਾਂਗੇ, ਸਾਨੂੰ ਅਨੁਭਵ ਹੋ ਜਾਊਗਾ, ਅਸੀਂ ਸਿੱਖ ਲਵਾਂਗੇ ਕਿ ਜਿਹੜੀ ਇਹ ਅਸੀਂ ਕਾਰਜ ਅਵਸਥਾ ਦੇ ਵਿੱਚ ਆਏ ਸੀ, ਮਤਲਬ ਵਾਕ ਕਰਨਾ, ਤੁਰਨਾ, ਪੈਦਲ ਤੁਰਨਾ ਔਰ ਪੈਦਲ ਚੱਲ ਕੇ ਅਸੀਂ ਜੋ ਆਪਣਾ ਰਾਸਤਾ ਤੈਅ ਸਫ਼ਰ ਨੂੰ ਪੂਰਾ ਕੀਤਾ, ਉਹ ਕੀ ਹੈਗਾ ਸਾਡਾ ਇੱਕ ਸਿੱਖਣਾ ਹੋ ਗਿਆ। ਉਹ ਸਿੱਖਣ ਦੀ ਗਤੀ ਕੀ ਹੋ ਗਈ, ਕਈ ਕਹਿੰਦੇ ਪਤਾ ਨਹੀਂ ਕਿਉਂ ਤੁਰਿਆ ਜਾਂਦਾ ਹੈਗਾ। ਹਰ ਇੱਕ ਪਾਰਟ ਦੇ ਵਿੱਚ ਲਾਈਫ ਦੇ ਵਿੱਚ ਆਪਾਂ ਕਿਤੇ ਵੀ ਸਟੈਂਡ ਕਰਾਂਗੇ, ਕਿਸੇ ਵੀ ਮਾਹੌਲ ਦੇ ਵਿੱਚ ਆਪਾਂ ਗੁਜ਼ਰ ਰਹੇ ਹੋਵਾਂਗੇ ਤਾਂ ਉਹ ਸਾਡੀ ਸਿੱਖਣ ਦੀ ਤੀਬਰਤਾ ਹੁੰਦੀ ਹੈ, ਬਟ ਐਕਚੁਅਲੀ ਉਹਨੂੰ ਸਮਝਣ ਦੀ ਲੋੜ ਹੁੰਦੀ ਹੈ ਵੀ ਜੋ ਅਸੀਂ ਕਾਰਜ ਕਰ ਰਹੇ ਹਾਂ, ਜੋ ਅਸੀਂ ਐਕਟੀਵਿਟੀ ਕਰ ਰਹੇ ਹੈਗੇ ਆ, ਕੀ ਉਹ ਸਾਡਾ ਇੱਕ ਸਿੱਖਣ ਦੇ ਰੂਪ ਦੇ ਵਿੱਚ ਸਹਾਇਤਾ ਕਰ ਰਹੀ ਹੈ ਜਾਂ ਨਹੀਂ ਕਰ ਰਹੀ। ਤਾਂ ਲਰਨਿੰਗ ਬਾਈ ਡੂਇੰਗ ਜਿਹੜਾ ਪ੍ਰੋਸੈਸ ਹੈਗਾ ਬਹੁਤ ਜਿਹੜਾ ਤੁਹਾਡਾ ਸਾਈਕੋਲੋਜੀਕਲ ਸਬਜੈਕਟ ਹੋਊਗਾ, ਸਾਈਕੋ ਜਿਹਨੂੰ ਅਸੀਂ ਕਹਿੰਦੇ ਨੇ ਸ਼ਾਰਟ ਫਾਰਮ ਦੇ ਵਿੱਚ, ਜਿਹੜਾ ਤੁਹਾਡਾ ਸਾਈਕੋ ਦਾ ਸਬਜੈਕਟ ਹੋਊਗਾ ਉਹਦੇ ਵਿੱਚ ਤੁਹਾਡੇ ਕੋਲੇ ਕਈ ਤਰ੍ਹਾਂ ਦੀਆਂ ਸਿੱਖਣ ਦੇ ਲਈ ਜਿਵੇਂ ਟ੍ਰਾਇਲ ਐਂਡ ਐਰਰ ਇੱਕ ਥਿਊਰੀ ਹੈ ਜਿਹਦੇ ਵਿੱਚ ਉਹਦੇ ਵਿੱਚ ਇਹ ਗੱਲ ਕੀ ਹੈਗੀ ਆ ਵੀ ਇੱਕ ਮਾਨਵ ਨੇ ਕੀ ਕੀਤਾ, ਇੱਕ ਪਿੰਜਰੇ ਦੇ ਵਿੱਚ ਇੱਕ ਚਿੰਪੈਂਜੀ ਨੂੰ ਕੀ ਕੀਤਾ, ਕੈਦ ਕਰ ਲਿਆ। ਉਸ ਚਿੰਪੈਂਜੀ ਦੇ ਪਿੰਜਰੇ ਦੇ ਵਿੱਚ ਇੱਕ ਚਿੰਪੈਂਜੀ ਦੇ ਗਿਆਨ ਨੂੰ ਹਾਸਲ ਕਰਨ ਦੇ ਲਈ ਵਿਅਕਤੀ ਨੇ ਇੱਕ ਥਿਊਰੀ ਬਣਾਈ, ਇੱਕ ਮਨੋਵਿਗਿਆਨੀ ਨੇ ਥਿਊਰੀ ਬਣਾਈ। ਉਹ ਥਿਊਰੀ ਦੇ ਵਿੱਚ ਕੀ ਦੇਖਿਆ ਗਿਆ ਹੈਗਾ, ਉਸ ਜਿਸ ਪਿੰਜਰੇ ਦੇ ਵਿੱਚ ਉਸ ਨੂੰ ਬੰਦ ਕੀਤਾ ਗਿਆ, ਕੈਦ ਕੀਤਾ ਗਿਆ ਹੈਗਾ ਵੀ ਉਹਦੀ ਐਕਟੀਵਿਟੀਜ਼ ਕਿਹੋ ਜਿਹੀਆਂ ਹੈਗੀਆਂ ਨੇ। ਟ੍ਰਾਇਲ ਐਂਡ ਐਰਰ, ਟ੍ਰਾਇਲ ਯਤਨ ਅਤੇ ਭੁੱਲ ਦਾ ਸਿਧਾਂਤ, ਮਤਲਬ ਜਿਵੇਂ ਜਿਵੇਂ ਅਸੀਂ ਯਤਨ ਕਰੀ ਜਾਵਾਂਗੇ ਅਸੀਂ ਭੁੱਲਦੇ ਵੀ ਹੈਗੇ ਆ। ਅਸੀਂ ਉਸ ਸਿਧਾਂਤ ਨੂੰ ਪਰਪੱਕ ਸ਼ਾਮਲ ਕਰਨ ਦੇ ਲਈ ਸਾਨੂੰ ਕੀ ਕਰਨਾ ਪਊਗਾ, ਕਾਰਜ ਅਵਸਥਾ ਦੇ ਵਿੱਚ ਆਉਣਾ ਪਊਗਾ। ਤਾਂ ਉਹ ਲਰਨਿੰਗ ਬਾਈ ਡੂਇੰਗ ਪ੍ਰੋਸੈਸ ਕੀ ਹੋ ਗਿਆ, ਵਾਰ-ਵਾਰ ਉਸ ਨੂੰ ਅਭਿਆਸ ਕਰਨ ਦੇ ਨਾਲ ਉਸ ਚਿੰਪੈਂਜੀ ਦੇ ਲਈ ਇੱਕ ਪਿੰਜਰੇ ਦੇ ਵਿੱਚ ਉਹਨਾਂ ਨੇ ਕੀ ਕਰ ਦਿੱਤਾ, ਟੌਪ ਦੇ ਉੱਤੇ ਹੈਂਗ ਕਰ ਦਿੱਤੇ ਬਨਾਨਾਸ, ਕੇਲਿਆਂ ਦੇ ਗੁੱਛਿਆਂ ਨੂੰ ਕੀ ਕਰ ਦਿੱਤਾ, ਟੰਗ ਕੇ ਰੱਖ ਦਿੱਤਾ। ਜਦ ਕਿ ਚਿੰਪੈਂਜੀ ਨੇ ਸੋਚਿਆ ਕਿ ਮੈਂ ਜੰਪ ਮਾਰ ਕੇ ਇਸ ਕੇਲਿਆਂ ਨੂੰ ਕੀ ਕਰ ਲੂੰਗਾ, ਖਾ ਲੂੰਗਾ। ਬਟ ਦੇਖਣ ਵਾਲੀ ਗੱਲ ਇਹ ਸੀ ਵੀ ਜਿਵੇਂ ਆਪਾਂ ਕਹਿੰਦੇ ਆਪਣੀ ਰੂਫ ਹੈ, ਛੱਤ ਜਿਹੜੀ ਹੈਗੀ ਹੈ, ਉਹ ਪਿੰਜਰੇ ਦੀ ਉਸ ਦੀ ਜੰਪਿੰਗ ਤੋਂ ਇਲਾਵਾ ਉਹਦੇ ਕੋਲੇ ਇੱਕ ਬਾਕਸ ਵੀ ਰੱਖੇ ਹੋਏ ਸੀਗੇ, ਜਿਵੇਂ ਆਪਾਂ ਕਹਿੰਦੇ ਨੰਬਰ 1 ਨੰਬਰ 2, ਸਭ ਤੋਂ ਛੋਟਾ ਬਾਕਸ, ਉਸ ਤੋਂ ਥੋੜਾ ਜਿਹਾ ਵੱਡਾ ਬਾਕਸ, ਫਿਰ ਉਸ ਤੋਂ ਥੋੜਾ ਜਿਹਾ ਵੱਡਾ ਬਾਕਸ। ਹੁਣ ਉਹ ਬਾਕਸਸ ਦਾ ਵੀ ਕੋਈ ਮੀਨਿੰਗ ਸੀਗਾ ਜੀ, ਕੀ ਮੀਨਿੰਗ ਸੀਗਾ ਵੀ ਜੇਕਰ ਉਹ ਕੇਲਿਆਂ ਦੇ ਗੁੱਛਿਆਂ ਤੱਕ ਪਹੁੰਚਣਾ ਹੈ ਤਾਂ ਉਹ ਬਾਕਸਸ ਦੀ ਸਹਾਇਤਾ ਦੇ ਨਾਲ ਪਹੁੰਚਿਆ ਜਾ ਸਕਦਾ ਹੈ। ਉਸ ਵਿਗਿਆਨੀ ਨੂੰ, ਉਸ ਸਿਧਾਂਤਕਾਰ ਨੂੰ ਪਤਾ ਸੀ, ਪਰ ਜਿਵੇਂ ਉਹਨੇ ਜੰਪ ਕੀਤਾ ਚਿੰਪੈਂਜੀ ਨੇ, ਉਹ ਨਹੀਂ ਪਹੁੰਚ ਸਕਿਆ ਤਾਂ ਉੱਥੇ ਉਹਨੇ ਕੀ ਸੋਚਿਆ ਵੀ ਜਿਹੜੇ ਬਾਕਸਸ ਪਏ ਨੇ ਕਿਉਂ ਨਾ ਇਹਨਾਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਕਿ ਉਹ ਕੇਲਿਆਂ ਦੀ ਜਿਹੜੀ ਗੁੱਛੇ ਉੱਪਰ ਟੰਗੇ ਹੋਏ ਨੇ ਉਹਨੂੰ ਖਾ ਕੇ ਮੈਂ ਆਪਣੀ ਭੁੱਖ ਨੂੰ ਖਤਮ ਕਰ ਸਕਾਂ। ਤਾਂ ਉਹ ਟ੍ਰਾਇਲ ਕਰਦਾ ਰਿਹਾ, ਵਾਰ-ਵਾਰ ਯਤਨ ਕਰਦਾ ਰਿਹਾ। ਐਟਲੀਸਟ ਕਰਦੇ ਕਰਦੇ ਉਹ ਜਿਹੜੇ ਬਾਕਸਸ ਦੇ ਸਾਈਜ਼ ਸੀਗੇ ਉਹਨੇ ਐਕੂਰੇਟ ਲਗਾ ਕੇ ਫਸਟ ਉਹਨੇ ਸਭ ਤੋਂ ਪਹਿਲਾਂ ਵੱਡਾ ਬਾਕਸ ਲਗਾਇਆ, ਫਿਰ ਉਸ ਤੋਂ ਛੋਟਾ, ਫਿਰ ਉਸ ਤੋਂ ਛੋਟਾ ਲਗਾ ਕੇ ਉਸ ਦੇ ਉੱਤੇ ਖੜ ਕੇ ਜਦੋਂ ਉਹਨੇ ਜੰਪ ਕੀਤਾ ਤਾਂ ਉਹਨੇ ਕੇਲਿਆਂ ਦੇ ਗੁੱਛਿਆਂ ਨੂੰ ਪ੍ਰਾਪਤ ਕਰ ਲਿਆ। ਔਰ ਪ੍ਰਾਪਤ ਕਰਨ ਦੇ ਨਾਲ ਉਹਨੂੰ ਜਿਹੜੀ ਖੁਸ਼ੀ ਮਹਿਸੂਸ ਹੋਈ, ਅਸਲ ਦੇ ਵਿੱਚ ਉਹ ਸਾਡਾ ਕੀ ਹੈਗਾ, ਟ੍ਰਾਇਲ ਐਂਡ ਐਰਰ ਦੀ ਥਿਊਰੀ ਸੀ। ਉਹ ਕੀ ਹੈਗਾ, ਸਾਡਾ ਕਾਰਜ ਦੁਆਰਾ ਸਿੱਖਣਾ। ਜਿੰਨੀ ਦੇਰ ਤੱਕ ਅਸੀਂ ਕੋਈ ਕਾਰਜ ਨਹੀਂ ਕਰਾਂਗੇ, ਐਕਟੀਵਿਟੀ ਨਹੀਂ ਕਰਾਂਗੇ, ਅਸੀਂ ਨਹੀਂ ਸਿੱਖ ਪਾਵਾਂਗੇ।
ਹੁਣ ਦੇਖੋ ਆਪਾਂ ਪ੍ਰੋਫੈਸ਼ਨਲ ਕੋਰਸ ਦੇ ਵਿੱਚ ਆਪਾਂ ਸ਼ਾਮਿਲ ਹੋਏ ਹਾਂ। ਹੁਣ ਮੈਂ ਇੱਕ ਆਮ ਸਮਾਜਿਕ ਦੇ ਵਿੱਚ ਉਦਾਹਰਨ ਲੈਣਾ ਹੈ। ਜਦੋਂ ਇੱਕ ਵਿਅਕਤੀ ਜਾਂ ਇੱਕ ਬੱਚਾ ਜਦੋਂ ਇੱਕ ਸਾਈਕਲ ਸਿੱਖਣ ਦੀ ਸ਼ੁਰੂ ਕਰਦਾ ਹੈ ਤਾਂ ਸਭ ਤੋਂ ਪਹਿਲਾਂ ਸੀਟ ਦੇ ਉੱਤੇ ਬੈਠ ਕੇ ਸਾਈਕਲ ਨਹੀਂ ਚਲਾਉਂਦਾ। ਉਹ ਸਭ ਤੋਂ ਪਹਿਲਾਂ ਕੀ ਕਰਦਾ ਹੈਗਾ, ਲੱਤਾਂ ਨੂੰ ਕੈਂਚੀ ਦੇ ਰਾਹੀਂ ਚਲਾ ਕੇ ਸਾਈਕਲ ਨੂੰ ਚਲਾਉਣ ਦੀ ਕੋਸ਼ਿਸ਼ ਕਰਦਾ। ਉਹਦੇ ਵਿੱਚ ਵੀ ਉਹਨੂੰ ਬੈਲੈਂਸ ਬਣਾਉਣਾ ਪੈਂਦਾ ਹੈ। ਇੱਕ ਪਾਸੇ weight ਉਹਨੂੰ ਜ਼ਿਆਦਾ ਹੁੰਦਾ ਹੈ, ਦੂਸਰੇ ਪਾਸੇ weight ਨਹੀਂ ਹੁੰਦਾ, ਤਾਂ ਉਸ ਨੂੰ ਮੇਨਟੇਨ ਕਰਨ ਦੇ ਲਈ ਉਹ ਆਪਣੇ ਇੱਕ ਦਿਮਾਗ ਦੀ ਕਿਰਿਆਤਮਕ ਪੱਖ ਦੇ ਨਾਲ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦਾ ਹੈ। ਦੇਖੋ ਜਿਵੇਂ ਜਿਵੇਂ ਕੋਸ਼ਿਸ਼ ਕਰੂਗਾ, ਜਦੋਂ ਉਹ ਬੈਲੈਂਸ ਬਣ ਜਾਊਗਾ ਉਹਦੇ ਵਿੱਚ ਕੌਨਫੀਡੈਂਸ ਸ਼ਾਮਿਲ ਹੋ ਜਾਊਗਾ। ਫਿਰ ਕੀ ਕਰੂਗਾ, ਉਹ ਇੱਕ ਦਿਨ ਕਿਸੇ ਚੀਜ਼ ਦਾ ਸਹਾਰਾ ਲੈ ਕੇ ਆਪਣੀ ਪ੍ਰੋਪਰ ਸੀਟ ਦੇ ਉੱਤੇ ਬੈਠ ਕੇ ਸਾਈਕਲ ਚਲਾਉਣ ਦੀ ਕੋਸ਼ਿਸ਼ ਕਰਦਾ। ਵਾਰ-ਵਾਰ ਡਿੱਗਦਾ ਵੀ ਹੈ, ਸੱਟਾਂ ਵੀ ਲੱਗਦੀਆਂ ਹਨ, ਬਾਹਾਂ ਤੇ ਕਹਿ ਲਓ, ਆਰਮ ਦੇ ਉੱਪਰ ਕਹਿ ਲਓ, ਬੋਨਸ ਦੇ ਉੱਪਰ, ਐਲਬੋ ਦੇ ਉੱਤੇ ਕਹਿ ਲਓ, ਕਿਤੇ ਨਾ ਕਿਤੇ ਸੱਟਾਂ ਲੱਗਦੀਆਂ ਨੇ। ਆਪਾਂ ਆਮ ਜਿਹਾ ਦੇਖਿਆ ਵੀ ਕਿਤੇ ਨਾ ਕਿਤੇ ਸੱਟਾਂ ਲੱਗਦੀਆਂ ਰਹਿੰਦੀਆਂ ਨੇ। ਹੁਣ ਉਹ ਕੀ ਹੈਗਾ ਕਾਰ 'ਚ ਕੀਤਾ, ਔਰ ਜਿਵੇਂ ਜਿਵੇਂ ਕਾਰ 'ਚ ਸਾਈਕਲ ਚਲਾਉਣਾ ਸਟਾਰਟ ਕੀਤਾ, ਕੁਝ ਸਮੇਂ ਬਾਅਦ ਉਸ ਨੂੰ ਸਾਈਕਲ ਕੀ ਲੱਗ ਗਿਆ, ਪ੍ਰੋਪਰ ਮੇਨਟੇਨ ਕਰਨਾ, ਬੈਲੈਂਸ ਕਰਨਾ। ਇਹ ਤਾਂ ਸੀਗੀ ਜੀ ਇੱਕ ਐਜੂਕੇਸ਼ਨਲ ਐਗਜ਼ਾਮਪਲ ਐਂਡ ਸੋਸ਼ਲ ਐਗਜ਼ਾਮਪਲ ਅਕੋਰਡਿੰਗ ਟੂ ਜੌਨ ਡੀਵੀ 1915 ਦੇ ਲਰਨਿੰਗ ਬਾਈ ਡੂਇੰਗ ਪ੍ਰੋਸੈਸ ਦੇ ਨਾਲ। ਹੁਣ ਨੈਕਸਟ ਜਿਹੜਾ ਸਾਡੇ ਕੋਲ ਪਰਿਭਾਸ਼ਾ ਕਰਤਾ ਜਿਹੜਾ ਹੈਗਾਗਾ, ਉਹਦਾ ਕੀ ਨੇਮ ਹੈਗਾਗਾ, ਔਰ ਉਹਨੇ ਸਾਨੂੰ ਕੀ ਕੀ ਗੱਲਾਂ ਕਹੀਆਂ ਹੈਗੀਆਂ ਨੇ। ਸਾਡੇ ਇੱਕ ਪਰਿਭਾਸ਼ਾ ਕਰਤਾ ਸਾਡੇ ਕੋਲੇ ਸ਼ਾਮਲ ਹੋਏ। ਉਸ ਤੋਂ ਬਾਅਦ ਸਾਡੇ ਕੋਲੇ 1975 ਦੇ ਵਿੱਚ ਵੋਲਫ ਅਤੇ ਬੀਰ ਨੇ, ਇਹ ਤਾਂ ਜੌਨ ਡੀਵੀ ਦੀ ਗੱਲ ਹੈ ਜੀ। ਵੋਲਫ ਅਤੇ ਬੀਰ ਨੇ ਦੇਖੋ ਜਿਹੜਾ ਵੋਲਫ ਹੈ ਅਤੇ ਬੀਰ ਨੇ ਜਿਹੜਾ ਹੈਗਾ, ਇਹਨਾਂ ਨੇ ਸਾਨੂੰ ਜਿਹੜੀ ਪਰਿਭਾਸ਼ਾ ਦਿੱਤੀ 1975 ਦੇ ਵਿੱਚ ਦਿੱਤੀ, ਐਕਸਪੀਰੀਅੰਸਡ ਬੇਸਡ ਲਰਨਿੰਗ। 1975 ਦੇ ਵਿੱਚ ਕੀ ਡਿਫਾਈਨ ਕੀਤਾ ਇਹਨਾਂ ਨੇ ਜੀ, ਐਕਸਪੀਰੀਅੰਸ ਬੇਸਡ ਲਰਨਿੰਗ। ਹੁਣ ਸਾਡੇ ਕੋਲੇ ਐਕਸਪੀਰੀਅੰਸ ਬੇਸਡ ਦੀ ਗੱਲ, ਲਰਨਿੰਗ ਦੀ ਗੱਲ ਹੋ ਰਹੀ ਹੈ। मतलब बेस की बनाया उन्होंने, तजर्बे का बेस बनाया। अनुभवी आधारित सीखना, अनुभवी आधारित सीखना, इन्हें पंजाबी दे विच ट्रांसलेट करिए तो अनुभवी आधारित सीखना, अनुभवी आधारित सीखना। ਹੁਣ ਅਨੁਭਵੀ ਆਧਾਰਿਤ ਸਿੱਖਣਾ ਤੋਂ ਕੀ ਭਾਵ ਹੋਊਗਾ ਜੀ, ਜੇਕਰ ਆਪਾਂ ਡਿਸਕਸ ਕਰੀਏ। ਦੇਖੋ ਵੋਲਫ ਐਂਡ ਸਾਡੇ ਕੋਲ ਬੀਰ ਨੇ ਜਿਨ੍ਹਾਂ ਨੇ 1975 ਦੇ ਵਿੱਚ 1915 ਤੋਂ ਬਾਅਦ 1975 ਦੇ ਵਿੱਚ ਵੋਲਫ ਅਤੇ ਬੀਰ ਨੇ ਸਾਨੂੰ ਪਰਿਭਾਸ਼ਾ ਦਿੱਤੀ ਕਿ ਅਨੁਭਵੀ ਆਧਾਰਿਤ ਸਿੱਖਣਾ ਹੈ। ਅਨੁਭਵੀ ਆਧਾਰਿਤ ਸਿੱਖਣਾ, ਹੁਣ ਇਹਦੇ ਵਿੱਚ ਆਪਾਂ ਐਗਜ਼ਾਮਪਲ ਕੀ ਲੈ ਸਕਦੇ ਹਾਂ ਜੀ, टीचिंग करनी। ਹੁਣ ਦੇਖੋ ਆਪਾਂ ਪ੍ਰੋਫੈਸ਼ਨਲ ਕੋਰਸ ਦੇ ਵਿੱਚ ਹੈਗੇ ਟੀਚਿੰਗ ਦੇ ਵਿੱਚ, ਤਾਂ ਅਸੀਂ ਜਦੋਂ ਇੱਕ ਟੀਚਿੰਗ ਦੇ ਕੋਰਸ ਦੇ ਪ੍ਰਤੀ ਜਦੋਂ ਅਸੀਂ ਟ੍ਰੇਨਿੰਗ ਲੈ ਰਹੇ ਹੁੰਦੇ ਆ, ਉਹ ਸਾਡਾ ਸਿੱਖਣ ਦੀ ਅਵਸਥਾ ਹੁੰਦੀ ਹੈ। ਉਹ ਸਾਡੀ ਕੀ ਹੈਗੀ ਹੈ, ਸਿੱਖਣ ਦੀ ਅਵਸਥਾ ਹੈਗੀ ਹੈ। ਬਟ ਉਹ ਸਿੱਖਦੇ ਅਸੀਂ ਕਿਸੇ ਆਧਾਰ ਤੇ ਹੈਗੇ ਆ, ਅਨੁਭਵੀ ਆਧਾਰ ਤੇ ਸਿੱਖਦੇ। ਮਤਲਬ ਕੀ ਹੈ ਕਿ ਜੋ ਅਧਿਆਪਕ ਸਾਨੂੰ ਅਧਿਆਪਨ ਕਰਦੇ ਹਨ, ਜੋ ਅਧਿਆਪਕ ਸਾਨੂੰ ਸਿਖਾਉਣ ਦੇ ਸਮੇਂ ਕਿਰਿਆਤਮਕ ਰੂਪ ਦੇ ਵਿੱਚ ਸ਼ਾਮਲ ਕਰਦੇ ਹਨ, ਉਹ ਸਾਨੂੰ ਸਿੱਖਣ ਅਵਸਥਾ ਦੇ ਵਿੱਚ ਲੈ ਕੇ ਆਉਂਦੇ ਹਨ। ਉਹ ਕੀ ਹੁੰਦੇ ਹਨ, ਅਨੁਭਵੀ ਆਧਾਰਿਤ ਸਿੱਖਣਾ ਹੋ ਗਿਆ। ਗੱਲ ਕਲੀਅਰ ਹੋ ਗਈ। ਕਹਿਣ ਤੋਂ ਭਾਵ ਕੀ ਹੋ ਗਿਆ, ਆਪਾਂ ਇੱਕ ਕਲਾਸਰੂਮ ਦੇ ਵਿੱਚ ਬੈਠੇ ਹੈਗੇ ਆ, ਸਾਨੂੰ ਇੱਕ ਵਿਸ਼ੇ ਦੇ ਪ੍ਰਤੀ ਗਿਆਨ ਨਹੀਂ ਹੈ, ਉਸ ਵਿਸ਼ੇ ਦਾ ਗਿਆਨ ਸਾਨੂੰ ਇੱਕ ਅਧਿਆਪਕ ਦੁਆਰਾ ਮਿਲ ਸਕਦਾ ਹੈ, ਤੇ ਉਹ ਅਧਿਆਪਕ ਕੀ ਹੁੰਦਾ ਹੈ, ਤਜਰਬੇਕਾਰ ਹੁੰਦਾ ਹੈ, ਅਨੁਭਵੀ ਹੁੰਦਾ ਹੈ। ਤਾਂ ਉਹ ਅਨੁਭਵੀ ਹੋਣ ਦੇ ਨਾਲ ਸਾਨੂੰ ਵੱਖ-ਵੱਖ ਕਿਰਿਆਤਮਕ ਪੱਖਾਂ ਦੇ ਵਿੱਚ ਸ਼ਾਮਲ ਕਰਦਾ ਹੈ,
और ਅਸੀਂ ਕੀ ਕਰ ਲੈਂਦੇ ਆ ਉਸ ਨੂੰ ਜਦੋਂ ਅਸੀਂ ਸਿੱਖ ਲੈਂਦੇ ਆ ਤਾਂ ਅਸੀਂ ਕਹਿ ਸਕਦੇ ਆ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਨੂੰ ਇੱਕ ਅਨੁਭਵੀ ਢੰਗ ਦੇ ਨਾਲ ਸਿੱਖਿਆ ਹੈ। ਇੱਕ ਇਹਦੀ ਛੋਟੀ ਜਿਹੀ ਐਗਜ਼ਾਮਪਲ ਹੋਰ ਬਣਦੀ ਹੈਗੀ ਆ, ਦੇਖੋ ਬੋਲਣ ਦੀ ਤੀਬਰਤਾ, ਬੋਲਣਾ ਸਿੱਖਣ मतलब बोलना भी एक सीखण की प्रक्रिया दे विच शामिल किया जा सकता है। ਅਸੀਂ 10th तक ਦਾ प्लस 2 तक भी ਅਸੀਂ ਗੱਲ ਕਰੀਏ ਸਾਡੇ ਕੋਲ ਟੈਕਸਟ ਬੁੱਕ ਹੁੰਦੀਆਂ ਸੀਗੀਆਂ, ਅਸੀਂ ਕੀ ਕਰਦੇ ਸੀਗੇ ਜੀ ਉਹ ਟੈਕਸਟ ਬੁੱਕ ਦੇ ਵਿੱਚ ਅਸੀਂ ਜਿਵੇਂ ਇੱਕ ਟੀਚਰ ਆਉਂਦਾ ਸੀ ਇੱਕ ਸਟੂਡੈਂਟਸ ਨੂੰ ਟਰਨ ਲੱਗੀ ਹੁੰਦੀ ਸੀ, ਦੇਖੋ ਸਾਰੇ ਸਟੂਡੈਂਟ ਕਰਕੇ ਆਏ ਹੋਣਗੇ ਤੁਸੀਂ ਇਹ ਗਤੀਵਿਧੀਆਂ, ਹਰ ਇੱਕ ਅਧਿਆਪਕ ਨੇ ਹਰ ਇੱਕ ਵਿਸ਼ੇ ਦੇ ਦੌਰਾਨ ਬੱਚਿਆਂ ਕੋਲੋਂ ਇੱਕ ਟੈਕਸਟ ਬੁੱਕ ਦੇ ਰਾਹੀਂ ਪੜਾਉਣਾ ਜਿਹੜਾ ਹੁੰਦਾ ਸੀਗਾ ਸ਼ੁਰੂ ਕਰ ਦਿੰਦੇ ਸੀ ਜਦੋਂ ਉਹਨਾਂ ਦਾ ਲੈਕਚਰ ਸਟਾਰਟ ਹੋ ਜਾਂਦਾ ਸੀ। ਤਾਂ ਉਹਦੇ ਵਿੱਚ ਆਪਾਂ ਦੇਖਦੇ ਆ ਵੀ ਕਿਤੇ ਨਾ ਕਿਤੇ ਜਦੋਂ ਕੋਈ ਔਖੀ ਸ਼ਬਦ ਆਉਂਦਾ ਸੀ, ਔਖਾ ਵਰਡ ਆਉਂਦਾ ਸੀਗਾ ਤਾਂ ਉਹ ਇੱਕ ਅਧਿਆਪਕ ਜਿਹੜਾ ਸੀਗਾ ਚਾਕ ਬੋਰਡ ਦੇ ਉੱਤੇ ਲਿਖ ਦਿੰਦਾ ਸੀਗਾ। ਲਿਖਣ ਤੋਂ ਬਾਅਦ ਜਦੋਂ ਬੱਚੇ ਪੜ੍ਹ ਕੇ ਹਟ ਜਾਂਦੇ ਸੀਗੇ ਜੋ ਵੀ ਅਖੌਤ ਜਾਂ ਔਖੀਆਂ ਸ਼ਬਦਾਵਲੀਆਂ ਲਿਖੀਆਂ ਹੁੰਦੀਆਂ ਸੀ ਜਾਂ ਵਾਕ ਲਿਖੇ ਹੁੰਦੇ ਸੀਗੇ, ਅਧਿਆਪਕ ਉਹਨਾਂ ਨੂੰ ਬਾਖੂਬੀ ਆਪਣੇ ਤਜਰਬੇ ਦੇ ਰਾਹੀਂ ਬੱਚਿਆਂ ਨੂੰ ਗਿਆਨ ਦਾ ਸੰਚਾਰ ਕਰਦਾ ਸੀਗਾ। ਗਿਆਨ ਦਾ ਸੰਚਾਰ ਕਰਕੇ ਉਹ ਬੱਚਿਆਂ ਦੇ ਵਿੱਚ ਪ੍ਰਤੱਖ ਰੂਪ ਦੇ ਵਿੱਚ ਜਿਹੜੀ ਇੱਕ ਸਥਿਰਤਾ ਹੈਗੀ ਸਿੱਖਣ ਦੀ ਉਹਨੂੰ ਸ਼ਾਮਿਲ ਕਰਦਾ ਸੀਗਾ। ਹੁਣ ਦੇਖੋ ਕਈ ਬੱਚੇ ਪੜ੍ਹਦੇ ਹਨ, ਜਦੋਂ ਬੱਚਿਆਂ ਨੂੰ ਇੱਕ ਵਿਸ਼ੇ ਦੇ ਤਹਿਤ ਆਪਾਂ ਗੱਲ ਕਰਦੇ ਹੈਗੇ ਆ, ਕਿਤੇ ਨਾ ਕਿਤੇ ਪੰਜਾਬੀ ਦਾ ਵਿਸ਼ਾ ਲਾ ਲਓ, ਉਹਦੇ ਵਿੱਚ ਕੋਈ ਵੀ ਵਿਸ਼ਾ ਹੈ ਕਿਤੇ ਨਾ ਕਿਤੇ ਡੰਡੀ ਸੈਮੀ ਕਾਮਨਸ ਹੁੰਦੇ ਨੇ ਜਿਹੜੇ ਉਹ ਕੀ ਕਾਮਾ ਲੱਗਿਆ ਹੈ, ਕਿਸੇ ਵਰਡ ਦੇ ਉੱਤੇ ਬਿੰਦੀ ਲੱਗੀ ਹੈ, ਠੀਕ ਹੈ, ਤਾਂ ਇਹਨਾਂ ਚੀਜ਼ਾਂ ਨੂੰ ਇੰਪੋਰਟੈਂਸ ਦਿੱਤੀ ਜਾਂਦੀ ਹੈ ਕਿਉਂਕਿ ਜਿੱਥੇ ਕਾਮਾ ਲੱਗਿਆ ਹੈ ਤਾਂ ਉੱਥੇ ਇੱਕ ਲਾਈਨ ਨੂੰ ਪੂਰਾ ਕਰਨ ਦੇ ਲਈ ਠਹਿਰਾਓ ਦੇ ਰੂਪ ਦੇ ਵਿੱਚ ਉਹਨੂੰ ਵਰਤਿਆ ਜਾਂਦਾ ਹੈ। ਦੇਖੋ ਕਿ ਸਿੱਖਣ ਦੀ ਗੱਲ ਹੈ, ਆਪਾਂ ਕਦੇ ਇਹਨਾਂ ਚੀਜ਼ਾਂ ਨੂੰ ਬਰੀਫਲੀ ਨਹੀਂ ਜਾਂਦੇ, ਤਾਂ ਬਰੀਫਲੀ ਜਾਣਾ ਡੂੰਘਾਈ ਦੇ ਵਿੱਚ ਗਿਆਨ ਨੂੰ ਹਾਸਲ ਕਰਨਾ ਇੱਕ ਅਨੁਭਵੀ ਅਧਿਆਪਕ ਦੁਆਰਾ ਕਰਵਾਈਆਂ ਹੋਈਆਂ ਕਿਰਿਆਤਮਕ ਅਵਸਥਾ ਦੇ ਰਾਹੀਂ ਹੀ ਅਸੀਂ ਸਿੱਖ ਪਾਉਂਦੇ ਹਾਂ। ਤਾਂ ਉਹ ਐਕਚੁਅਲੀ ਕੀ ਹੋਗੀ ਸਾਡੇ ਕੋਲੇ ਅਨੁਭਵੀ ਆਧਾਰਿਤ ਸਾਡਾ ਕੀ ਹੈਗਾ ਸਿੱਖਣਾ ਹੈ। ਹੁਣ ਜੇਕਰ ਮੈਂ ਇਹਦੇ ਵਿੱਚ ਨੈਕਸਟ ਸਾਡੇ ਕੋਲੇ ਪਰਿਭਾਸ਼ਾਵਾਂ ਹੈਗੀਆਂ ਨੇ, ਸਾਡੇ ਕੋਲੇ ਹੋਰ ਦੋ ਪਰਿਭਾਸ਼ਾ ਕਰਤਾ ਹੋਏ ਨੇ ਜਿਨ੍ਹਾਂ ਦੇ ਨੇਮ ਕੀ ਹੈਗਾ ਕੌਬ 1984 ਦੇ ਵਿੱਚ ਕੌਬ ਨੇ ਸਾਡੇ ਕੋਲੇ ਕੌਬ 1984 ਦੇ ਵਿੱਚ ਸਾਡੇ ਕੋਲੇ ਉਹਨਾਂ ਨੇ ਪਰਿਭਾਸ਼ਾ ਦਿੱਤੀ ਕਿਹਦੇ ਰਿਲੇਟਡ ਐਕਸਪੀਰੀਐਂਸ਼ੀਅਲ ਲਰਨਿੰਗ ਦੇ ਰਿਲੇਟਡ। ਉਹਨਾਂ ਨੇ ਕੀ ਕਿਹਾ, ਕਹਿੰਦੇ ਜਿਹੜਾ ਅਨੁਭਵੀ ਸਿੱਖਣ ਦਾ ਜਿਹੜਾ ਵਾਤਾਵਰਣ ਹੈਗਾ, ਅਨੁਭਵੀ ਸਿੱਖਣ ਦਾ ਵਾਤਾਵਰਣ ਇੱਕ ਅਜਿਹੀ ਪ੍ਰਕਿਰਿਆ ਹੈ, ਤੁਸੀਂ ਇਸ ਨੂੰ ਲਿਖ ਸਕਦੇ ਹੋ ਜੀ ਇਨਵਰਟਡ ਕਾਮਾ ਸਟਾਰਟ ਕਰਕੇ ਕਿ ਅਨੁਭਵੀ ਸਿੱਖਣ ਦਾ ਵਰਣਨ ਜਿਹੜਾ ਹੈਗਾ ਇੱਕ ਅਜਿਹੀ ਪ੍ਰਕਿਰਿਆ ਵਜੋਂ ਕੀਤਾ ਜਾਂਦਾ ਹੈ, ਪ੍ਰਕਿਰਿਆ ਵਜੋਂ ਕੀਤਾ ਜਾਂਦਾ ਹੈ ਜਿੱਥੇ ਗਿਆਨ ਦਾ ਨਿਰਮਾਣ ਅਨੁਭਵ ਦੇ ਪਰਿਵਰਤਨ ਦੁਆਰਾ ਕੀਤਾ ਜਾਂਦਾ ਹੈ ਜਾਂ ਅਨੁਭਵ ਦੇ ਪਰਿਵਰਤਨ ਦੁਆਰਾ ਹੁੰਦਾ ਹੈ। ਜਿਵੇਂ ਅਨੁਭਵ ਗਿਆਨ ਦਾ ਨਿਰਮਾਣ ਹੈ, ਦੇਖੋ ਮੈਂ ਇੱਥੇ ਲਿਖ ਦਿੰਦਾ ਜੀ ਜਿਹੜਾ ਗਿਆਨ ਦਾ ਨਿਰਮਾਣ ਗਿਆਨ ਦਾ ਜੋ ਨਿਰਮਾਣ ਹੈ, ਦੇਖੋ ਮੈਂ ਤਾਂ ਸ਼ਾਰਟ ਫਾਰਮ ਦੇ ਵਿੱਚ ਲਿਖੂਗਾ, ਉਹਦੇ ਇੰਪੋਰਟੈਂਟ ਗੱਲ ਕੀ ਕਹੀ ਹੈਗੀ ਹੈ ਅਨੁਭਵ ਦੇ ਪਰਿਵਰਤਨ ਦੁਆਰਾ, ਅਨੁਭਵ ਦੇ ਪਰਿਵਰਤਨ ਦੁਆਰਾ ਹੁੰਦਾ ਹੈ। ਦੇਖੋ ਹੁਣ ਇਹਦੇ ਵਿੱਚ ਬੜੀ ਵਧੀਆ ਗੱਲ ਲਿਖੀ ਉਹਨੇ, ਜਦੋਂ ਕਹਿੰਦੇ ਅਸੀਂ ਗਿਆਨ ਦਾ ਨਿਰਮਾਣ ਕਰਨਾ ਹੋਵੇ ਤਾਂ ਉੱਥੇ ਕੀ ਜ਼ਰੂਰੀ ਹੈ, ਅਨੁਭਵ ਦੇ ਕੀ ਹੋਣੇ ਚਾਹੀਦੇ ਹਨ, ਪਰਿਵਰਤਨ ਹੋਣੇ ਚਾਹੀਦੇ ਹਨ। ਨਹੀਂ, ਇਹ ਜ਼ਰੂਰੀ ਨਹੀਂ ਕਿ ਜਦੋਂ ਅਸੀਂ ਇੱਕ ਸਿੱਖਿਆ ਨੂੰ ਸਿੱਖਣਾ ਹੋਵੇ, ਸਿੱਖਿਆ ਦੇ ਵਿੱਚ ਆਪਾਂ ਕਹਿੰਦੇ ਗਿਆਨ ਹਾਸਲ ਕਰਨਾ ਹੋਵੇ ਸਾਡੇ ਕੋਲ ਕਿਤਾਬਾਂ ਦਾ ਹੋਣਾ ਜ਼ਰੂਰੀ ਹੈ, ਸਾਡੇ ਕੋਲ ਇੱਕ ਅਧਿਆਪਕ ਦਾ ਹੋਣਾ ਜ਼ਰੂਰੀ ਹੈ। ਲੋ
कर सकते हैं कहते ਜਦੋਂ ਅਸੀਂ ਨੌਲੇਜ ਲੈਣੀ ਹੋਵੇ ਨਾ ਉਹਦਾ ਨਿਰਮਾਣ ਕਰਨਾ ਹੋਵੇ ਇੱਕ ਨੌਲੇਜ ਨੂੰ ਸਟੈਬਲਿਸ਼ ਕਰਨਾ ਹੋਵੇ ਤਾਂ ਉਹਦੇ ਲਈ ਸਾਨੂੰ ਐਕਸਪੀਰੀਅੰਸੇਬਲ ਜਿਹੜੇ ਪਰਸਨ ਸਾਨੂੰ ਜਿਵੇਂ ਜਿਵੇਂ ਮਿਲਦੇ ਜਾਣਗੇ ਅਸੀਂ ਸਾਡੇ ਸਥਾਨ ਬਦਲਦਾ ਜਾਊਗਾ ਸਮਾਂ ਬਦਲਦਾ ਜਾਊਗਾ ਵਾਤਾਵਰਣ ਦੇ ਵਿੱਚ ਤਬਦੀਲੀ ਆਉਂਦੀ ਜਾਊਗੀ ਤਾਂ ਅਸੀਂ ਬੜੇ ਬਾਖੂਬੀ ਢੰਗ ਦੇ ਨਾਲ ਅਸੀਂ ਇਸ ਨੂੰ ਸਿੱਖ ਲੈਂਦੇ ਹਾਂ ਹੁਣ ਬਾਈ ਚਾਂਸ ਆਪਾਂ ਇੱਕ ਸਫ਼ਰ ਤੈਅ ਕਰ ਰਹੇ ਹਾਂ ਐਗਜ਼ਾਮਪਲ ਲੈਂਦੇ ਆਪਾਂ ਟਰੈਵਲਿੰਗ ਕਰ ਰਹੇ ਹਾਂ ਟੂ ਵੀਲਰਸ ਦੇ ਉੱਤੇ ਜਿਸ ਸਥਾਨ ਤੋਂ ਆਪਾਂ ਚੱਲੇ ਆ ਉਸ ਸਥਾਨ ਦਾ ਜਿਹੜਾ ਵੈਦਰ ਹੈਗਾਗਾ ਬਹੁਤ ਅਨੁਕੂਲ ਸੀਗਾ ਤਾਂ ਕਿ ਆਪਣਾ ਜਿਹੜਾ ਸਫ਼ਰ ਹੈਗਾਗਾ ਆਪਾਂ ਸ਼ੁਰੂ ਕੀਤਾ ਹੈ ਜਿੱਥੋਂ ਤਾਂ ਹੌਲੀ ਹੌਲੀ ਚੱਲਦੇ ਜਿਵੇਂ ਜਿਵੇਂ ਅਸੀਂ ਸਫ਼ਰ ਨੂੰ ਆਪਣੀ ਮੰਜ਼ਿਲ ਨੂੰ ਤੈਅ ਕਰਨਾ ਸੀ ਪੂਰਾ ਕਰਨਾ ਸੀ ਮੰਜ਼ਿਲ ਨੂੰ ਪ੍ਰਾਪਤ ਕਰਨਾ ਸੀ ਤਾਂ ਉੱਥੇ ਅਸੀਂ ਦੇਖਦੇ ਵੀ ਕਿਤੇ ਨਾ ਕਿਤੇ ਸਾਨੂੰ ਵਾਤਾਵਰਣ ਦੇ ਵਿੱਚ ਤਬਦੀਲੀ ਨਜ਼ਰ ਆਈ ਉਹ ਤਬਦੀਲੀ ਹੀ ਕੀ ਕੀਤਾ ਵਾਤਾਵਰਣ ਦੇ ਵਿੱਚ ਕੀ ਆ ਗਿਆ ਹਨੇਰੀ ਦਾ ਮੌਸਮ ਬਣ ਗਿਆ ਜੀ ਬਾਰਿਸ਼ ਹੋਣ ਲੱਗੀ ਬੂੰਦਾਬਾਂਦੀ ਹੋਣ ਲੱਗ ਪਈ ਤਾਂ ਸਾਨੂੰ ਗਿਆਨ ਹਾਸਲ ਹੋਇਆ ਕਿ ਸਾਨੂੰ ਬਾਰਿਸ਼ ਨੂੰ ਵਾਤਾਵਰਣ ਧਿਆਨ ਦੇ ਵਿੱਚ ਰੱਖਦੇ ਹੋਏ ਸਾਨੂੰ ਆਪਣੇ ਨਾਲ ਜੋ ਵੈਦਰ ਹੈਗਾਗਾ ਉਹ ਕਿਸੇ ਵੀ ਟਾਈਮ ਦੇ ਉੱਤੇ ਕਿਸੇ ਵੀ ਸਥਾਨ ਉੱਤੇ ਬਦਲ ਸਕਦਾ ਹੈ ਗਿਆਨ ਹਾਸਲ ਹੋ ਗਿਆ ਉਹ ਗਿਆਨ ਹੀ ਐਕਚੁਅਲੀ ਕੀ ਕਰਦਾ ਹੈ ਸਾਡਾ ਨਿਰਮਾਣ ਹੋਇਆ ਫਿਰ ਸਾਡੇ ਵਿੱਚ ਕੀ ਤਜਰਬਾ ਆਇਆ ਸਾਨੂੰ ਇਹ ਤਜਰਬਾ ਹੋਇਆ ਕਿ ਸਾਨੂੰ ਆਪਣੀ ਜਦੋਂ ਅਸੀਂ ਟਰੈਵਲਿੰਗ ਕਰਦੇ ਆ ਤਾਂ ਸਾਨੂੰ ਇੱਕ এনवायरमेंट ਦੇ ਅਕੋਰਡਿੰਗ ਵੀ ਆਪਣੇ ਆਪ ਨੂੰ ਕਵਰ ਕਰਕੇ ਚੱਲਣਾ ਚਾਹੀਦਾ ਹੈ ਤਾਂ ਉੱਥੇ ਇੱਕ ਤਜਰਬਾ ਹੋਊਗਾ ਉਹ ਇੱਕ ਪਰਿਵਰਤਨ ਹੋਇਆ ਦੇਖੋ ਕਿਹਦੇ ਵਿੱਚ ਪਰਿਵਰਤਨ ਹੋਇਆ ਵੈਦਰ ਦੇ ਵਿੱਚ ਪਰਿਵਰਤਨ ਹੋਇਆ ਤਾਂ ਸਾਨੂੰ ਤਜਰਬਾ ਹੋਇਆ ਦੇਖੋ ਇੱਕ ਕੌਮ ਨੇ ਸਾਡੇ ਕੋਲੇ 1984 ਦੇ ਵਿੱਚ ਇਹ ਗੱਲ ਸਾਨੂੰ ਡਿਫਾਈਨ ਕੀਤੀ ਸੀਗੀ ਨੈਕਸਟ ਸਾਡੇ ਕੋਲੇ ਪਰਿਭਾਸ਼ਾ ਕਰਤਾ ਹੈਗੇ ਨੇ ਸਾਡੇ ਕੋਲੇ ਜੀ ਕਾਰਲ ਰੋਜਰਸ ਜਿਨ੍ਹਾਂ ਨੇ ਕਾਰਲ ਰੋਜਰਸ ਨੇ ਸਾਨੂੰ ਕੀ ਡੈਫੀਨੇਸ਼ਨ ਦਿੱਤੀ ਔਰ ਕਿਸ ਸਮੇਂ ਦੇ ਦੌਰਾਨ ਦਿੱਤੀ 1969 ਦੇ ਵਿੱਚ ਦੇ ਅਨੁਸਾਰ ਦੇਖੋ 1969 ਕਾਰਲ ਰੋਜਰ ਦੇ ਅਨੁਸਾਰ ਇਸ ਪਰਿਭਾਸ਼ਾ ਨੂੰ ਵੀ ਤੁਸੀਂ ਕਾਪੀ ਦੇ ਉੱਤੇ ਨੋਟ ਕਰ ਸਕਦੇ ਹੋ ਜੀ ਦੇ ਅਨੁਸਾਰ ਇਨਵਰਟਡ ਕਾਮਾ ਸਟਾਰਟ ਇਸ ਵਿੱਚ ਵਿਅਕਤੀ ਦੀ ਸ਼ਮੂਲੀਅਤ ਦਾ ਗੁਣ ਹੁੰਦਾ ਹੈ ਇਸ ਵਿੱਚ ਵਿਅਕਤੀ ਦੀ ਸ਼ਮੂਲੀਅਤ ਦਾ ਗੁਣ ਹੁੰਦਾ ਹੈ ਸਿੱਖਣ ਕਾਰਜ ਵਿੱਚ ਵਿਅਕਤੀ ਆਪਣੇ ਅਹਿਸਾਸਾਂ ਅਤੇ ਬੁੱਧੀ ਦੋਹਾਂ ਪੱਖਾਂ ਸਹਿਤ ਇਹਨਾਂ ਦੋਹਾਂ ਪੱਖਾਂ ਨੂੰ ਅਹਿਸਾਸਾਂ ਅਤੇ ਬੁੱਧੀ ਦੋਹਾਂ ਪੱਖਾਂ ਕੀ ਲਿਖ ਸਕਦੇ ਜੀ ਆਪਾਂ ਸਹਿਤ ਦੋਨਾਂ ਪੱਖਾਂ ਸਹਿਤ ਮਤਲਬ ਉਹਨਾਂ ਨੂੰ ਨਾਲ ਲੈ ਕੇ ਸਮੁੱਚੇ ਰੂਪ ਦੇ ਵਿੱਚ ਸ਼ਾਮਲ ਹੁੰਦਾ ਹੈ ਇਹਦੇ ਵਿੱਚ ਕੀ ਹੈਗਾਗਾ ਦੇਖੋ ਰੈਪੀਟੇਸ਼ਨ ਕਰ ਦਿੰਦਾ ਜੀ ਮੈਂ ਕਹਿੰਦੇ ਇਸ ਵਿੱਚ ਜਿਹੜਾ ਵਿਅਕਤੀ ਹੁੰਦਾ ਜਿਹੜੀ ਉਹਦੀ ਸ਼ਮੂਲੀਅਤ ਹੁੰਦੀ ਆ ਉਹਦੇ ਵਿੱਚ ਉਹਦਾ ਕੀ ਹੁੰਦਾ ਹੈ ਗੁਣ ਹੁੰਦਾ ਹੈ ਇਹਦੇ ਵਿੱਚ ਵਿਅਕਤੀ ਦਾ ਕੀ ਹੁੰਦਾ ਹੈ ਵਿਅਕਤੀ ਦਾ ਗੁਣ ਸ਼ਾਮਿਲ ਹੁੰਦਾ ਹੈ ਠੀਕ ਹੈ ਜਦੋਂ ਵਿਅਕਤੀ ਦੀ ਪ੍ਰੈਜੈਂਟੇਸ਼ਨ ਹੁੰਦੀ ਹੈ ਉਹਦੇ ਵਿੱਚ ਉਹਦਾ ਗੁਣ ਜਿਹੜਾ ਹੈਗਾਗਾ ਇਹ ਸ਼ਾਮਿਲ ਹੁੰਦਾ ਹੈ ਫਿਰ ਜਿਹੜੀ ਉਹਦੀ ਅਹਿਸਾਸ ਹੈ ਜਿਹੜਾ ਉਹਦੀ ਬੁੱਧੀ ਹੈਗੀ ਜਿਹੜੀ ਅਹਿਸਾਸ ਅਤੇ ਬੁੱਧੀ ਦੇਖੋ ਜਿਹੜੀ ਉਹਦੀ ਅਹਿਸਾਸ ਦੀ ਅਵਸਥਾ ਹੈਗੀ ਹੈ ਅਹਿਸਾਸ ਅਤੇ ਬੁੱਧੀ ਇਹ ਦੋ ਅਵਸਥਾਵਾਂ ਨੇ ਅਹਿਸਾਸ ਕਰਨਾ ਤੇ ਇੰਟੈਲੀਜੈਂਸ ਸਾਡੀ ਹੋਣੀ ਇੰਟੈਲੈਕਚੁਅਲ ਪਾਵਰ ਹੈ ਜਿਹੜੀ ਸਾਡੀ ਮਤਲਬ ਜਿਹੜੀ ਸਾਡੀ ਇੰਟੈਲੈਕਚੁਅਲ ਪਾਵਰ ਹੈ ਉਹ ਇੰਟੈਲੀਜੈਂਸ ਦੇ ਰੂਪ ਦੇ ਵਿੱਚ ਦਿਖਦੀ ਹੈ ਬਾਈ ਇਮੋਸ਼ਨਲ ਅਸੀਂ ਅਹਿਸਾਸ ਕਰਦੇ ਹਾਂ ਰਿਅਲਾਈਜੇਸ਼ਨ ਜਿਹੜੀਆਂ ਸਾਡੀਆਂ ਭਾਵਨਾਵਾਂ ਨੇ ਉਹ ਇੱਕ ਅਹਿਸਾਸ ਦੇ ਰੂਪ ਵਿੱਚ ਦਿਖਦੀਆਂ ਹਨ ਹੁਣ ਵਿਅਕਤੀ ਦੇ ਜਿਹੜੇ ਗੁਣ ਹੈਗੇ ਨੇ ਉਹਦੇ ਵਿੱਚ ਅਹਿਸਾਸ ਵੀ ਹੈ ਤੇ ਬੁੱਧੀ ਵੀ ਹੈ ਕਹਿੰਦੇ ਇਹਨਾਂ ਚੀਜ਼ਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ ਹੁਣ ਆਪਾਂ ਦੇਖੋ 10th ਤੱਕ ਆਪਾਂ ਪਲੱਸ 2 ਤੱਕ ਆਪਾਂ ਗਿਆਨ ਹਾਸਲ ਕੀਤਾ ਵੱਖ-ਵੱਖ ਵਿਸ਼ਿਆਂ ਦੇ ਤਹਿਤ ਉੱਥੇ ਆਪਾਂ ਕਿਸੇ ਜਿਹੜੇ ਆਪਣੇ ਵੱਖ-ਵੱਖ ਵਿਸ਼ੇ ਨੇ ਉਹਨਾਂ ਦੇ ਵੱਖ-ਵੱਖ ਵਿਸ਼ਿਆਂ ਦੇ ਦੌਰਾਨ ਆਪਾਂ ਨੂੰ ਵੱਖ-ਵੱਖ ਜਿਹੜੇ ਅਧਿਆਪਕ ਨੇ ਉਹ ਚੰਗੇ ਲੱਗਦੇ ਨੇ ਕਿਸੇ ਦੇਖੋ 50 ਸਟੂਡੈਂਟ ਬੈਠੇ ਹੋਣ
ਹੁੰਦੇ ਹਨ ਇੱਕ ਕਲਾਸਰੂਮ ਦੇ ਵਿੱਚ। ਕਿਸੇ ਸਟੂਡੈਂਟ ਨੂੰ ਤਾਂ ਮੈਥਮੈਟਿਕਸ ਦਾ ਟੀਚਰ ਬਹੁਤ ਵਧੀਆ ਲੱਗਦਾ ਹੈ, ਕਿਸੇ ਸਟੂਡੈਂਟ ਨੂੰ ਸਾਇੰਸ ਦੇ ਟੀਚਰ ਬਹੁਤ ਅੱਛੇ ਲੱਗਦੇ ਹਨ, ਕਿਸੇ ਸਟੂਡੈਂਟ ਨੂੰ ਪੰਜਾਬੀ ਦੇ ਟੀਚਰ ਬਹੁਤ ਅੱਛੇ ਲੱਗਦੇ ਹਨ, ਕਿਸੇ ਜਿਹੜੇ ਕੋਈ ਵੀ ਵਿਦਿਆਰਥੀ ਹੋਵੇ ਫਿਰ ਉਹ ਕਹਿੰਦਾ ਜੀ ਮੈਨੂੰ ਤਾਂ 4 ਤਰ੍ਹਾਂ ਦੇ ਟੀਚਰ ਪਸੰਦ ਲੱਗਦੇ ਹਨ, 4 ਵਿਸ਼ਿਆਂ ਦੇ ਮੈਨੂੰ ਅਧਿਆਪਕ ਪਸੰਦ ਨਹੀਂ ਹੈਗੇ। ਦੇਖੋ ਵੱਖ-ਵੱਖ ਕੀ ਹੋ ਗਿਆ, ਸਾਡੇ ਕੋਲੇ ਰਿਵਿਊ ਹੋ ਗਈ। ਤਾਂ ਇਹ ਸਾਡੇ ਨਾਲ ਹੋਈਆਂ ਨੇ ਇਹ ਗੱਲਾਂ, ਉਹ ਅਸੀਂ ਚੰਗਾਪਨ ਜਿਹੜਾ ਹੈਗਾ ਉਹਨਾਂ ਦਾ ਕਿਸ ਰੂਪ ਦੇ ਵਿੱਚ ਲੈ ਕੇ ਆਉਂਦੇ ਆ। ਇਹ ਨਹੀਂ ਕਿ ਉਹਨਾਂ ਦੀ ਦਿੱਖ ਬਹੁਤ ਸੋਹਣੀ ਹੈ, ਉਹਨਾਂ ਦੀ ਪਰਸਨੈਲਿਟੀ ਬਹੁਤ ਅੱਛੀ ਹੈ, ਉਹਨਾਂ ਦਾ ਬੋਲਣ ਦਾ ਤਰੀਕਾ ਬਹੁਤ ਨਹੀਂ, ਉਹਨਾਂ ਦਾ ਟੀਚਿੰਗ ਮੈਥਡ ਅਧਿਆਪਨ ਪ੍ਰਕਿਰਿਆ ਜਿਹੜੀ ਹੈਗੀ ਹੈ ਨਾ ਉਹ ਚੰਗੀ ਲੱਗਦੀ ਹੈ। ਕਿਉਂਕਿ ਕਈ ਟੀਚਰ ਹੁੰਦੇ ਹਨ, ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ, ਸਰੂਪਾਂ ਦੇ ਡਿਸਕਸ ਕੀਤਾ ਸੀਗਾ, ਤਾਂ ਜਿਹੜਾ ਸਾਡੇ ਕੋਲੇ ਕਾਰਲ ਰੋਜਰ ਹੈਗਾਗਾ ਉਹਨੇ ਕਿਹਾ ਵੀ ਜਿਹੜੇ ਵਿਅਕਤੀ ਦੇ ਵਿੱਚ ਕੁਆਲਿਟੀ ਹੁੰਦੀਆਂ ਨੇ, ਗੁਣ ਹੁੰਦੇ ਨੇ, ਉਹ ਅਹਿਸਾਸ ਤੇ ਬੁੱਧੀ ਦੁਆਰਾ ਜਿਹੜੀ ਪ੍ਰਕਿਰਿਆ ਸ਼ਾਮਲ ਹੋਵੇ, ਅਸਲ ਦੇ ਵਿੱਚ ਉਹ ਅਨੁਭਵੀ ਸਿੱਖਣਾ ਹੈ। ਜਿਵੇਂ ਕਵਿਤਾਵਾਂ ਸਿੱਖ ਬੋਲ ਕੇ ਬੱਚਿਆਂ ਨੂੰ ਗਿਆਨ ਪ੍ਰਦਾਨ ਕਰਨਾ, ਉਸੇ ਹੀ ਲਹਿਰ ਦੇ ਵਿੱਚ ਐਕਚੁਅਲੀ ਉਹ ਅਹਿਸਾਸ ਕਰਵਾਉਣ ਦੀ ਪ੍ਰਕਿਰਿਆ ਹੈ ਤਾਂ ਕਿ ਬੱਚਿਆਂ ਨੂੰ ਸਿੱਖਣ ਦੀ ਤੀਬਰਤਾ ਵਿੱਚ ਸ਼ਾਮਲ ਕੀਤਾ ਜਾ ਸਕੇ, ਉਹਨਾਂ ਨੂੰ ਅਨੁਭਵ ਜਿਹੜਾ ਹੈਗਾ ਰਿਅਲਾਈਜੇਸ਼ਨ ਕਰਵਾਇਆ ਜਾ ਸਕੇ। ਦੇਖੋ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਬੁੱਧੀ ਹੈਗੀ ਹੈ ਉਹ ਵੀ ਸ਼ਾਮਲ ਹੋਊਗੀ, ਇੰਟੈਲੀਜੈਂਸੀ ਕੀ ਹੋਊਗੀ, ਇੰਪਰੂਵ ਹੋਊਗੀ। ਜਿਵੇਂ ਜਿਵੇਂ ਸਾਡੀ ਬੌਧਿਕ ਸ਼ਕਤੀ ਜਿਹੜੀ ਹੈਗੀ ਹੈ, ਇੰਟੈਲੈਕਚੁਅਲ ਪਾਵਰ ਇੰਪਰੂਵ ਹੁੰਦੀ ਜਾਊਗੀ, ਸਾਡੀ ਅਹਿਸਾਸ ਦੀ ਸ਼ਕਤੀ ਜਿਹੜੀ ਹੈਗੀ ਹੈ, ਰਿਅਲਾਈਜੇਸ਼ਨ ਦੀ ਪਾਵਰ ਜਿਹੜੀ ਹੈਗੀ ਹੈ ਉਹ ਵੀ ਡਿਵੈਲਪ ਕਰੂਗੀ, ਸਾਡੀ ਗਰੋਥ ਕਰੂਗੀ। ਤਾਂ ਇਹ ਇੱਕ ਡੈਫੀਨੇਸ਼ਨਸ ਆਫ ਐਕਸਪੀਰੀਐਂਸ਼ੀਅਲ ਲਰਨਿੰਗ ਸਾਡੇ ਕੋਲੇ ਤੀਸਰੇ ਲੈਕਚਰ ਦੇ ਵਿੱਚ ਅਸੀਂ ਸਟਾਰਟ ਕੀਤਾ ਸੀਗਾ ਕਿ ਜਿਹੜੀ ਅਨੁਭਵੀ ਸਿੱਖਣ ਦੀ ਖੋਜ ਹੈਗੀ ਹੈ। ਦੇਖੋ ਸਭ ਤੋਂ ਪਹਿਲਾਂ ਜੌਨ ਡੀਪੀ ਨੇ ਕੀਤੀ 1915 ਦੇ ਵਿੱਚ, ਲਰਨਿੰਗ ਬਾਈ ਡੂਇੰਗ ਪ੍ਰੋਸੈਸ ਦੇ ਵਿੱਚ ਆਪਾਂ ਇਹਨਾਂ ਨੂੰ ਚਰਚਾ ਦੇ ਵਿੱਚ ਜਾਣਿਆ ਜਾਂਦਾ ਹੈ। ਫਿਰ ਵੋਲਫ ਅਤੇ ਬੀਰਨੇ ਦਾ ਨੇਮ ਆਉਂਦਾ ਸਾਡੇ ਕੋਲੇ 1975 ਦੇ ਵਿੱਚ। ਤਾਂ ਉਹਨਾਂ ਨੇ ਕੀ ਕਿਹਾ, ਐਕਸਪੀਰੀਅੰਸ ਬੇਸਡ ਲਰਨਿੰਗ। ਲਰਨਿੰਗ ਕੀ ਹੁੰਦੀ ਹੈ, ਐਕਸਪੀਰੀਅੰਸ ਬੇਸ ਦੇ ਉੱਤੇ ਹੁੰਦੀ ਹੈ। ਕਿਤਾਬ ਪੜ੍ਹੀ ਜਾਵਾਂਗੇ, ਸਾਨੂੰ ਜਿੰਨਾ ਟਾਈਮ ਉਹਨੂੰ ਕੋਈ ਰੋਕ ਕੇ ਟੋਕ ਕੇ ਅਹਿਸਾਸ ਕਰਵਾ ਕੇ ਸਮਝਾਉਣ ਵਾਲਾ ਨਹੀਂ ਹੋਊਗਾ, ਸਾਡੇ ਵਿੱਚ ਪਰਿਵਰਤਨ ਨਹੀਂ ਆਊਗਾ, ਸਿੱਖਣ ਦੀ ਕਿਰਿਆਵਾਂ ਸਾਡੇ ਵਿੱਚ ਉਸ ਰੂਪਾਂ ਦੇ ਰਾਹੀਂ ਸ਼ਾਮਲ ਨਹੀਂ ਹੋਊਗਾ। ਫਿਰ ਆਪਣੇ ਕੋਲੇ ਕੌਬ, ਸਾਡੇ ਕੋਲੇ ਪਰਿਭਾਸ਼ਾ ਕਰਤਾ ਕੀ ਹੋਏ, ਕੌਬ ਅਤੇ ਕਾਰਲ ਰੋਜਰਸ 1969 ਔਰ 1984 ਦੇ ਵਿੱਚ ਗਿਆਨ ਦਾ ਨਿਰਮਾਣ, ਜਿਹੜੀ ਇੱਕ ਨੌਲੇਜ ਦੀ ਐਸਟੈਬਲਿਸ਼ਮੈਂਟ ਹੁੰਦੀ ਹੈ ਉਹ ਐਕਸਪੀਰੀਅੰਸ ਤੇ ਚੇਂਜਿੰਗਸ ਦੇ ਨਾਲ ਹੁੰਦੀ ਹੈ, ਔਰ ਜਿਹੜੀ ਵਿਅਕਤੀ ਦੇ ਵਿੱਚ ਕੁਆਲਿਟੀ ਹੈਗੀ ਆ ਉਹ ਇੱਕ ਰਿਅਲਾਈਜੇਸ਼ਨ ਐਂਡ ਇੰਟੈਲੈਕਚੁਅਲ ਪਾਵਰ ਦੇ ਵਜੋਂ ਜਾਣੀ ਜਾਂਦੀ ਹੈ। ਅੱਜ ਦੇ ਵਿੱਚ ਜਿਹੜਾ ਟੌਪਿਕ ਸੀਗਾ ਆਪਣੇ ਕੋਲੇ ਐਕਸਪੀਰੀਐਂਸ਼ੀਅਲ ਲਰਨਿੰਗ ਸਬਜੈਕਟ ਦੇ ਵਿੱਚ ਕਨਸੈਪਟ ਆਫ ਐਕਸਪੀਰੀਐਂਸ਼ੀਅਲ ਲਰਨਿੰਗ ਹਾਲੇ ਟੌਪਿਕ ਉਹੀ ਚੱਲ ਰਿਹਾ ਆਪਣੇ ਕੋਲੇ। ਅੱਜ ਆਪਾਂ ਦੀ ਡੈਫੀਨੇਸ਼ਨ ਜਿਹੜੀਆਂ ਹੈਗੀਆਂ ਨੇ ਸਾਡੇ ਕੋਲ ਇਹ ਜੋ ਡੈਫੀਨੇਸ਼ਨ ਦਾ ਪਾਰਟ ਸੀਗਾ ਐਕਸਪੀਰੀਐਂਸ਼ੀਅਲ ਲਰਨਿੰਗ ਦਾ, ਅਸੀਂ ਉਸ ਨੂੰ ਸਾਡੇ ਕੋਲੇ 2 ਨਹੀਂ 4 ਮਤਲਬ ਜਿਵੇਂ ਸਾਡੇ ਕੋਲ 9 ਕੁਐਸਚਨ ਹੁੰਦਾ ਤਾਂ ਘੱਟੋ ਘੱਟ ਅਸੀਂ ਜੌਨ ਡੀਵੀ, ਵੋਲਫ ਅਤੇ ਬੀਰਨੇ ਦਾ ਬਿਆਨ ਜ਼ਰੂਰ ਦਈਏ, ਨਹੀਂ ਦੇ ਸਕਦੇ ਇਹਨਾਂ ਦਾ ਕੌਬ ਤੇ ਕਾਰਲ ਰੋਜਰ ਦਾ ਅਸੀਂ ਜ਼ਰੂਰ ਵਿਸਥਾਰਪੂਰਵਕ ਉਦਾਹਰਨਾਂ ਸਹਿਤ ਪਰਿਭਾਸ਼ਾ ਜਿਹੜੀ ਹੈਗੀ ਹੈ ਉਹਨਾਂ ਦੀ ਕਹੀ ਹੋਈ ਸ਼ਬਦਾਂ ਨੂੰ ਸੇਮ ਐਜ਼ ਇਟ ਲਿਖਣਾ ਹੁੰਦਾ ਹੈ ਆਪਾਂ, ਔਰ ਉਸ ਤੋਂ ਬਾਅਦ ਅਸੀਂ ਉਹਨਾਂ ਦੇ ਅਰਥ ਜਿਹੜੇ ਹੈਗੇ ਨੇ ਕਨਕਲੂਜਨ ਦੇ ਰੂਪ ਦੇ ਵਿੱਚ ਅਸੀਂ ਉਸ ਨੂੰ ਸਮ ਅਪ ਕਰ ਸਕਦੇ ਹੈਗੇ। ਤਾਂ ਨੈਕਸਟ ਲੈਕਚਰ ਜਿਹੜਾ ਹੈਗਾ ਆਪਣਾ ਉਹ ਆਪਾਂ ਇਹਦੇ ਕੋਲ ਟੌਪਿਕ ਜਿਹੜਾ ਹੋਊਗਾ ਆਪਣਾ ਨੈਕਸਟ, ਉਹਨੂੰ ਆਪਾਂ ਨੈਕਸਟ ਲੈਕਚਰ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਥੈਂਕ ਯੂ।